ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੋਚ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਇੱਕ ਬਹੁਤ ਹੀ ਵਿਸ਼ੇਸ਼ ਸਥਾਨ ਤੇ, ਵਜ਼ੀਰਾਬਾਦ ਸ਼੍ਰੀ ਨਾਨਕਸਰ ਆਸ਼ਰਮ ਠਾਠ ਵਜ਼ੀਰਾਬਾਦ। ਇੱਥੇ ਅਸੀਂ ਸਾਡੇ ਪਹੁੰਚਣ ਦਾ ਵਿਸ਼ਾ ਇਹ ਹੈ ਕਿ ਜਿਵੇਂ ਆਪ ਜੀ ਨੂੰ ਸਭ ਨੂੰ ਪਤਾ ਹੈ, ਕਰੋਨਾ ਕਰਕੇ ਵੱਖ-ਵੱਖ ਥਾਵਾਂ ਤੇ ਲੋੜਵੰਦ ਲੋਕ ਨੇ ਤੇ ਉਹਨਾਂ ਕੋਲ ਵੱਖ-ਵੱਖ ਥਾਵਾਂ ਤੇ ਸੇਵਾਵਾਂ ਪਹੁੰਚ ਰਹੀਆਂ ਨੇ। ਅਜਿਹਾ ਸਥਾਨ ਇਹ ਵੀ ਹੈ ਜਿੱਥੋਂ ਦੀ ਬਹੁਤ ਚਿਰਾਂ ਤੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਲੋੜਵੰਦਾਂ ਲਈ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਭਾਵੇਂ ਉਹ ਸੁੱਕਾ ਰਾਸ਼ਨ ਹੋਏ, ਭਾਵੇਂ ਬਣਿਆ ਹੋਇਆ ਖਾਣਾ ਹੋਏ, ਇਹ ਸਭ ਕੁਝ ਇੱਧਰੋਂ ਦੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਆਓ ਆਪ ਜੀ ਨੂੰ ਗੱਲ ਕਰਾਉਂਦੇ ਹਾਂ ਇੱਥੇ ਦੇ ਸੇਵਾਦਾਰ ਜੀ ਨਾਲ। ਭਾਈ ਸਾਹਿਬ ਧਰਮਜੀਤ ਸਿੰਘ ਜੀ ਸਾਡੇ ਨਾਲ ਹੈਗੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਸਥਾਨ ਦਾ ਇਤਿਹਾਸ ਜਾਣਨੇ ਆ, ਸਮਝਨੇ ਆ, ਜਾਣੂ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਭਾਈ ਸਾਹਿਬ ਜੀ ਬਾਈ ਪ੍ਰੋਫੈਸ਼ਨ ਇੱਕ ਟੀਚਰ ਹੈਗੇ, ਬਟ ਇੱਥੋਂ ਦੀ ਇੱਕ ਸੇਵਾਦਾਰ ਕਰਕੇ ਜੁੜੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰੀਏ। ਵੀ ਜੀ ਸਾਨੂੰ ਇਹ ਦੱਸੋ ਇਸ ਸਥਾਨ ਦਾ ਵਿਸ਼ੇਸ਼ ਕੀ ਇਤਿਹਾਸ ਹੈ, ਥੋੜਾ ਇਤਿਹਾਸ ਬਾਰੇ ਸਾਰੇ ਦਰਸ਼ਕਾਂ ਨੂੰ ਜਾਣੂ ਕਰੋ ਜੀ। ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਉਚੇਚੇ ਤੌਰ ਦੇ ਉੱਤੇ ਇੱਕ ਸੋਚ ਵੈਬ ਚੈਨਲ ਦੀ ਜਿਹੜੀ ਟੀਮ ਆ ਪਹੁੰਚੀ ਹੈ ਸ਼੍ਰੀ ਨਾਨਕਸਰ ਆਸ਼ਰਮ ਠਾਠ ਵਜ਼ੀਰਾਬਾਦ। ਸਮੁੱਚੇ ਪ੍ਰਬੰਧਕ ਪਰਮ ਪੂਜਨੀਕ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ, ਸਾਰੀਆਂ ਸੰਗਤਾਂ ਵੱਲੋਂ ਜੀਓ ਆਇਆਂ ਨੂੰ। ਤੇ ਜੋ ਸੇਵਾਵਾਂ ਇੱਥੇ ਵੱਡੇ ਪੱਧਰ ਉੱਤੇ ਚੱਲ ਰਹੀਆਂ ਨੇ ਸਾਰੀ ਸੰਗਤ ਜਾਣਦੀ ਆ। ਤੇ ਇਹਨਾਂ ਸੇਵਾਵਾਂ ਨੂੰ ਕਵਰ ਕਰਨ ਦੇ ਲਈ ਹਰ ਰੋਜ਼ ਹੀ ਜਿਹੜਾ ਸੋਸ਼ਲ ਮੀਡੀਆ ਵੱਖ-ਵੱਖ ਚੈਨਲ ਜੈਸੇ ਪ੍ਰਾਈਮ ਏਸ਼ੀਆ, PTC ਨਿਊਜ਼, ਬਹੁਤੇ ਚੈਨਲਾਂ ਨੇ ਕਵਰ ਕੀਤਾ। ਅੱਜ ਮੇਰੀ ਭੈਣ ਜਿਹੜੀ ਇੱਕ ਸੋਚ ਵੈਬ ਚੈਨਲ ਸਮੁੱਚੀ ਟੀਮ ਇਹਨਾਂ ਦੀ ਪਹੁੰਚੀ ਆ। ਜੀ ਆਇਆਂ ਨੂੰ। ਇਸ ਸਥਾਨ ਦੀ ਭੈਣ ਜੀ ਨੇ ਗੱਲ ਕੀਤੀ ਆ, ਜਿਹੜਾ ਇਹ ਸਥਾਨ ਆ ਜਮਨਾ ਦੇ ਕੰਢੇ ਦੇ ਉੱਤੇ ਪਰਮ ਪੂਜਨੀਕ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਸਨ 1940 ਦੇ ਵਿੱਚ ਇਸ ਸਥਾਨ ਦੇ ਉੱਤੇ 2 ਪੂਰਨਮਾਸ਼ੀਆਂ ਲਾਈਆਂ ਤੇ ਉਹਨਾਂ ਪੂਰਨਮਾਸ਼ੀਆਂ ਦੇ ਵਿੱਚ ਬਹੁਤ ਸੰਗਤ ਜਿੱਥੇ ਪਹੁੰਚੀ, ਉੱਥੇ ਧੰਨ ਸ਼੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ ਸਿਆੜ ਨਗਰ ਤੋਂ ਸੰਗਤ ਦੇ ਸਮੇਤ ਉਹਨਾਂ ਦੋਵਾਂ ਪੂਰਨਮਾਸ਼ੀਆਂ ਦੇ ਉੱਤੇ ਹਾਜ਼ਰੀ ਭਰੀ। ਤੇ ਮੈਂ ਬੇਨਤੀ ਕਰਾਂਗਾ ਇਸ ਸਥਾਨ ਦੇ ਜਿਹੜੇ ਬਾਨੀ ਧੰਨ ਸ਼੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ, ਆਓ ਸਾਰੀ ਸੰਗਤ ਨੂੰ ਦਰਸ਼ਨ ਕਰਾ ਦਈਏ ਜੀ। ਜਿਨ੍ਹਾਂ ਨੇ ਇਸ ਸਥਾਨ ਦੀ ਸਿਰਜਣਾ ਕੀਤੀ, ਧੰਨ ਸ਼੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ, ਜਿਨ੍ਹਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਸ਼੍ਰੀ ਸਿਆੜ ਸਾਹਿਬ ਦੀ ਧਰਤੀ, ਮੀਰੀ ਪੀਰੀ ਦੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਨਿਵਾਜੀ ਹੋਈ ਧਰਤੀ, 1906 ਦੇ ਵਿੱਚ 13 ਜਨਵਰੀ ਨੂੰ ਜਿਹੜਾ ਅਵਤਾਰ ਧਾਰਿਆ। ਤੇ 1906 ਤੋਂ ਬਚਪਨ ਦੇ ਵਿੱਚ ਜਿੱਥੇ ਬੇਅੰਤਾਂ ਕੌਤਕ ਕੀਤੇ, 1933 ਤੋਂ 1943 ਤੱਕ ਆਪਣੇ ਮੁਰਸ਼ਿਦ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਸੰਗਤ ਕੀਤੀ। ਜਿੱਥੇ ਵੀ ਬਾਬਾ ਜੀ ਨੇ ਜਾਣਾ ਸਾਈਕਲ ਦੇ ਉੱਤੇ ਹੀ ਜਾਣਾ। ਮੁੱਖ ਸਥਾਨ ਸ਼੍ਰੀ ਨਾਨਕਸਰ ਆਸ਼ਰਮ ਰਜਿਸਟਰਡ ਟਰੱਸਟ ਸਿਆੜ ਸਾਹਿਬ ਵਿਖੇ ਉਹ ਅੱਜ ਵੀ ਸਾਈਕਲ ਮੌਜੂਦ ਆ ਬਾਬਾ ਜੀ ਦੇ ਨਿਜ ਆਸਣ ਦੇ ਉੱਤੇ। ਬਾਬਾ ਜੀ ਭਾਵੇਂ ਚੰਗ, ਮਗਿਆਣਾ, ਕੁਫਰੀ, ਦੇਹਰਾਦੂਨ, ਪਾਕਿਸਤਾਨ ਜਿੱਥੇ ਵੀ ਬਿਰਾਜਦੇ ਬਾਬਾ ਜੀ ਸਿਆੜ ਸਾਹਿਬ ਵਾਲੇ ਸਾਈਕਲ ਤੇ ਹੀ ਜਾਇਆ ਕਰਦੇ। ਇਸ ਸਥਾਨ ਦੇ ਉੱਤੇ ਵੀ ਸਾਈਕਲ ਤੇ ਹੀ ਆਇਆ ਕਰਦੇ। ਜਦੋਂ 1940 ਦੇ ਵਿੱਚ ਇਸ ਸਥਾਨ ਦੇ ਉੱਤੇ ਪੂਰਨਮਾਸ਼ੀ ਜਿਹੜੀ ਲਾਈ ਗਈ ਤੇ ਬਾਬਾ ਜੀ ਆਪਣੇ ਨਗਰ ਸਿਆੜ ਸਾਹਿਬ ਤੋਂ ਸੰਗਤ ਦੇ ਨਾਲ ਇੱਥੇ ਪਹੁੰਚੇ, ਸਮਾਗਮ ਹੋਇਆ। ਦੂਸਰੇ ਦਿਨ ਸੰਗਤ ਨੂੰ ਪ੍ਰਸੰਨਤਾ ਬਖਸ਼ੀ ਤੇ ਬਾਬਾ ਜੀ ਸਿਆੜ ਸਾਹਿਬ ਵਾਲੇ ਬਾਬਾ ਜੀ ਦੇ ਪਾਸ, ਵੱਡਿਆਂ ਦੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਪਾਸ ਜਦੋਂ ਪ੍ਰਸੰਨਤਾ ਲੈਣ ਦੇ ਲਈ, ਖੁਸ਼ੀਆਂ ਲੈਣ ਦੇ ਲਈ ਆਏ ਤੇ ਬਾਬਾ ਜੀ ਨੇ ਬਚਨ ਆਖਿਆ, ਕਹਿੰਦੇ ਤੁਹਾਨੂੰ ਇਸ ਸਥਾਨ ਦੀ ਸੇਵਾ ਦਿੱਤੀ। ਉਸ ਵੇਲੇ ਜੰਗਲ ਹੁੰਦਾ ਸੀ, ਆ ਜਮਨਾ ਅੱਜ ਵੀ ਚੜ੍ਹਦੀ ਆ, ਸਾਰਾ ਜਿਹੜਾ ਦਿੱਲੀ ਆ ਸ਼ਹਿਰ ਆ ਇਲਾਕਾ ਜਾਣਦਾ। ਕਹਿੰਦੇ ਤੁਹਾਨੂੰ ਇਸ ਸਥਾਨ ਦੀ ਸੇਵਾ ਦਿੱਤੀ, ਕੋਈ ਸਮਾਂ ਆਊਗਾ ਤੁਸੀਂ ਇਸ ਸਥਾਨ ਦੀ ਸੇਵਾ ਕਰਨੀ ਆ। 1940 ਦੇ ਕੀਤੇ ਹੋਏ ਬਚਨ ਉਹ ਸਮਾਂ ਆਇਆ ਤੇ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ 1982 ਦੇ ਵਿੱਚ ਇਸ ਸਥਾਨ ਦੀ ਸ਼੍ਰੀ ਨਾਨਕਸਰ ਆਸ਼ਰਮ ਠਾਠ ਵਜ਼ੀਰਾਬਾਦ ਦੀ ਜਿਹੜੀ ਨੀਂਹ ਰੱਖੀ ਗਈ। ਤੇ
ਮੈਂ ਹੋਰ ਵੀ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ, ਇਸ ਸਥਾਨ ਦੀ ਨੀਂਹ ਬਾਬਾ ਜੀ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਦੀ ਸੰਗਤ ਦੇ ਵਿੱਚ 10 ਸਾਲ ਸੰਗਤ ਕੀਤੀ ਤੇ ਬਚਨ ਆਖਿਆ ਵੀ ਜਾਓ ਤੁਹਾਨੂੰ ਸੰਗਤ ਦਿੱਤੀ। ਆਪਣੇ ਖੇਤ ਦੇ ਵਿੱਚ ਬਾਬਾ ਜੀ ਗੁਰੂ ਨਾਨਕ ਦੀ ਯਾਦ ਦੇ ਅੰਦਰ ਸਿਮਰਨ ਦੇ ਵਿੱਚ ਜੁਟੇ ਬੈਠੇ। ਉਸ ਸਮੇਂ 17 ਅਗਸਤ 1947 ਨੂੰ ਅਗੰਮੀ ਆਕਾਸ਼ਬਾਣੀ ਹੋਈ ਤੇ ਬਾਬਾ ਜੀ ਹਜੂਰ ਸ਼੍ਰੀ ਹਜੂਰ ਬਾਬਾ ਜੀ ਦੇ ਮੁਬਾਰਕ ਰਸਨਾ ਤੋਂ ਹੀ ਸੁਣਿਆ ਹੋਇਆ ਬਚਨ, ਕਹਿੰਦੇ ਹਨੇਰੀ ਆ ਰਹੀ ਆ, ਨਿਤਨੇਮ ਵਧਾ ਦਿਓ, ਅੱਜ ਤੋਂ ਤੁਹਾਡੀ ਗ੍ਰਸਤ ਦੀ ਡਿਊਟੀ ਪੂਰੀ ਹੋਈ, ਸਾਡੇ ਬਣ ਕੇ ਸਾਡਾ ਕੰਮ ਕਰੋ। ਉਸ ਦਿਨ ਤੋਂ 17 ਅਗਸਤ ਤੋਂ ਸਾਰੀ ਸੰਗਤ ਜਾਣਦੀ ਆ, ਉਹ 1947 ਦਾ ਦੌਰ, ਵੱਢ ਕੱਟ ਦਾ ਦੌਰ, ਤੇ ਗਰੀਬ ਨਵਾਜ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ 1918 ਅਗਸਤ ਅਗਲੇ ਦਿਨ ਤੋਂ ਕਮਰ ਕਸੇ ਕਰ ਲਏ ਤੇ ਬਾਬਾ ਜੀ ਨੇ ਬਚਨ ਕੀਤਾ ਸੀ। ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਕਹਿੰਦੇ ਨਗਰ ਤੁਹਾਡਾ ਸਿਆੜ ਸਾਹਿਬ ਆ, ਕਿਤੇ ਮੇਰਾਂ ਦਾ ਮੀਂਹ, ਤੁਹਾਡਾ ਨਾਮ ਮੀਹਾ ਸਿੰਘ ਆ, ਮੇਰਾਂ ਦਾ ਮੀਂਹ ਆਪਣੇ ਨਗਰ ਇਲਾਕੇ ਵਿੱਚ ਹੀ ਨਾ ਪਾਈ ਜਾਇਓ। ਤੁਸੀਂ ਗੁਰੂ ਨਾਨਕ ਦੇ ਮਿਸ਼ਨ ਨੂੰ ਕੱਲਾ ਪੰਜਾਬ ਵਿੱਚ ਹੀ ਨਹੀਂ, ਕੱਲਾ ਪੰਜਾਬ ਦਾ ਇਲਾਕਾ ਹੀ ਨਹੀਂ, ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਤੇ ਵਰਲਡ ਦੇ ਕੋਨੇ-ਕੋਨੇ ਵਿੱਚ ਗੁਰੂ ਨਾਨਕ ਦੇ ਨੂਰੀ ਪੈਗਾਮ ਨੂੰ ਲੈ ਕੇ ਜਾਣਾ ਤੇ ਸੇਵਾ ਤੇ ਸਿਮਰਨ ਦੇ ਨਾਲ ਸੰਗਤਾਂ ਨੂੰ ਜੋੜਨਾ ਹੈ। ਤੇ ਉਹ ਸਮਾਂ ਆਇਆ 1971 ਤੋਂ ਗਰੀਬ ਨਵਾਜ ਬਾਬਾ ਜੀ ਨੇ ਵਿਦੇਸ਼ਾਂ ਦੀ ਫੇਰੀ, ਪਾਕਿਸਤਾਨ, ਬਗਦਾਦ, ਅਰਬ ਕੰਟਰੀਜ਼, ਅਮਰੀਕਾ, ਇੰਗਲੈਂਡ, ਕੈਨੇਡਾ, ਫਿਲੀਪਾਈਨ, ਯੂਰਪੀਅਨ ਕੰਟਰੀਜ਼, ਸਾਰੀਆਂ ਸੰਗਤਾਂ ਉੱਥੇ ਜਿੱਥੇ ਜਿਸ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਲੱਗਦੀਆਂ ਸੀ, ਦਰਬਾਰ ਦੇ ਵਿੱਚ ਵੀ ਤੇ ਲੰਗਰ ਦੇ ਵਿੱਚ ਵੀ, ਉਹ ਜਿਹੜੀ ਮਰਿਆਦਾ ਕਾਇਮ ਕੀਤੀ। ਭਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਗੁਰੂ ਨਾਨਕ ਨੇ, ਜਾਗਤ ਜੋਤ ਨੇ, ਹਾਜ਼ਰ ਨਾਜ਼ਰ ਨੇ, ਉਹ ਮਰਿਆਦਾ ਜੋ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਮੁੜ ਸੁਰਜੀਤ ਕੀਤੀ ਸੀ। ਸੋ ਸਾਧ ਸੰਗਤ ਜੀ, ਉਹ ਵੇਲਾ ਆਇਆ 1982 ਦਾ, ਇਸ ਸਥਾਨ ਦੀ ਜਿਹੜੀ ਸਿਰਜਣਾ ਕੀਤੀ, ਨੀਂਹ ਪੱਥਰ ਰੱਖਿਆ ਗਿਆ ਤੇ ਅੱਜ ਹੋਰ ਕੱਲ ਹੋਰ, ਤੇ ਸੰਗਤ ਆਪ ਸਾਰੀ ਦੇਖ ਰਹੇ ਹੋ ਦਿਨੋ ਦਿਨ ਜਿਹੜੀ ਚੜ੍ਹਦੀ ਕਲਾਂ ਦੇ ਨਾਲ ਬਾਬਾ ਜੀ ਦੇ ਚਰਨਾਂ ਦੇ ਨਾਲ, ਇਸ ਦਰਬਾਰ ਦੇ ਨਾਲ ਸਵੇਰ ਸ਼ਾਮ ਅੰਮ੍ਰਿਤਮਈ ਹਰੀ ਜਸ ਕੀਰਤਨ ਗੁਰਬਾਣੀ ਦੇ ਪ੍ਰਵਾਹ ਨਿਰੰਤਰ ਚੱਲ ਰਹੇ ਨੇ। ਇਹ ਇਸ ਅਸਥਾਨ ਦਾ ਜਿਹੜਾ ਹੈਗਾ ਉਹ ਇਤਿਹਾਸ ਹੈ। ਵੀਰ ਜੀ, ਆਪ ਜੀ ਨੇ ਜਿਵੇਂ ਦੱਸਿਆ ਇਹ ਇਸ ਸਥਾਨ ਦਾ ਇਤਿਹਾਸ ਹੈ ਤੇ ਜਿਹੜਾ ਇੱਥੇ ਮੁੱਢ ਜਿਹੜਾ ਮੇਨ ਸਥਾਨ ਹੈ ਪੰਜਾਬ 'ਚ, ਉਹਦਾ ਥੋੜਾ ਸਾਨੂੰ ਇਤਿਹਾਸ ਬਾਰੇ ਜਾਣੂ ਕਰੋ ਆਪ ਜੀ। ਜਿਹੜਾ ਮੁੱਖ ਸਥਾਨ ਆ ਸ਼੍ਰੀ ਨਾਨਕਸਰ ਆਸ਼ਰਮ ਰਜਿਸਟਰਡ ਟਰਸਟ ਸਿਆੜ ਸਾਹਿਬ, ਜਿਨ੍ਹਾਂ ਦੇ ਬਾਨੀ ਧੰਨ ਸ਼੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲੇ, ਉਹਨਾਂ ਨੇ ਉਸ ਸਥਾਨ ਦੀ ਸਿਰਜਣਾ ਕੀਤੀ ਤੇ ਟਰਸਟ ਬਣਾਇਆ। ਤੇ ਅੱਜ ਉੱਥੇ ਸ਼੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲੇ, ਜਿਨ੍ਹਾਂ ਨੇ 1994 ਦੇ ਵਿੱਚ ਸੰਗਤ ਦੀ ਜਿਹੜੀ ਸੇਵਾ ਆਪਣਾ ਰੂਪ 35 ਸਾਲ 1959 ਤੋਂ ਲੈ ਕੇ 1994 ਤੱਕ ਪਰਮ ਪੂਜਨੀਕ ਧੰਨ ਸ਼੍ਰੀ ਹਜੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਸਤ ਵਚਨ ਦੇ ਅਭਿਆਸੀ, ਮਾਈ ਸਤ 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 ਹਰ ਸਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠਰੀ ਬਾਧਾ। ਤੇ ਉਸ ਜਿਹੜੀ ਸ਼੍ਰੀ ਹਜੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ 35 ਸਾਲ ਅਣਥੱਕ ਸੇਵਾ 1959 ਤੋਂ 1994 ਤੱਕ ਕੀਤੀ, ਤੇ ਉਸ ਅਸਥਾਨ ਦੀ ਸਾਰੇ ਜਿੰਨੇ ਵਰਲਡ ਦੇ ਵਿੱਚ ਅਸਥਾਨ ਨੇ, ਸੰਗਤ ਦੀ ਸੇਵਾ ਸ਼੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਆਪਣੀ ਜੋਤ ਬਾਬਾ ਜੀ ਦੇ ਅੰਦਰ ਰੱਖ ਕੇ ਸੰਗਤ ਦੀ ਬਾਂਹ ਧੰਨ ਪਰਮ ਪੂਜਨੀ ਸ਼੍ਰੀ ਹਜੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਨੂੰ ਫੜਾ ਦਿੱਤੀ। ਅੱਜ ਜੋ ਵੀ ਉਹਨਾਂ ਵੱਲੋਂ ਹੁਕਮ ਹੁੰਦੇ ਨੇ, ਆ ਜਿਹੜੀਆਂ ਸੇਵਾਵਾਂ ਚੱਲ ਰਹੀਆਂ, ਉਹਨਾਂ ਦੇ ਹੁਕਮ ਦੇ ਅੰਦਰ ਹੀ ਜਿਹੜੀਆਂ ਸੰਗਤਾਂ, ਜਿੱਥੇ ਲੰਗਰ ਦੀਆਂ ਸੇਵਾਵਾਂ, ਉੱਥੇ ਸਰਬੱਤ ਦੇ ਭਲੇ ਦੇ ਲਈ ਅਰਦਾਸਾਂ, ਤੇ ਉਚੇਚੇ ਤੌਰ ਤੇ ਵਿਸ਼ੇਸ਼ ਤੌਰ ਦੇ ਉੱਤੇ ਇਹ ਜਿਹੜੀਆਂ ਸੇਵਾਵਾਂ ਦੀ ਦੇਖ ਰੇਖ ਦੇ ਲਈ ਸਾਡੇ ਬਹੁਤ ਹੀ ਪਰਮ ਸਤਿਕਾਰਯੋਗ ਸ਼੍ਰੀ ਨਾਨਕਸਰ ਆਸ਼ਰਮ ਰਜਿਸਟਰਡ ਟਰਸਟ ਸਿਆੜ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਬਾਬਾ ਗੁਰਚਰਨਜੀਤ ਸਿੰਘ ਜੀ, ਉਹ ਵੀ ਪਹੁੰਚੇ ਨੇ। ਤੇ ਸਾਰੀਆਂ ਜੋ ਵੀ ਸੇਵਾਵਾਂ ਚੱਲ ਰਹੀਆਂ ਨੇ, ਸ਼੍ਰੀ ਹਜੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ, ਉਹਨਾਂ ਦੀ ਦੇਖ ਰੇਖ ਦੇ ਹੇਠ, ਉਹਨਾਂ ਦੇ ਹੁਕਮ ਦੇ ਅਨੁਸਾਰ ਚੱਲ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਆਪ ਜੀ ਤੋਂ ਪੁੱਛਣਾ ਚਾਹਾਂਗੇ ਕਿ ਇੱਥੇ ਜਿਹੜੀ ਸੇਵਾਵਾਂ ਚੱਲ ਰਹੀਆਂ ਨੇ, ਕਿੰਨਾ ਕੁ ਚਿਰ ਹੋ ਗਿਆ ਇਹ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆ, ਜਿਹੜੀ ਇੱਥੇ ਮੁੱਢ ਵਜ਼ੀਰਾਬਾਦ ਚੱਲ ਰਹੀਆਂ ਨੇ ਤੇ ਜਿਹੜੀ ਉੱਥੇ ਪੰਜਾਬ ਚੱਲ ਰਹੀਆਂ ਨੇ?
ਕਿੰਨਾ ਚਿਰ ਹੋ ਗਿਆ ਸੇਵਾਵਾਂ ਨੂੰ ਨਿਭਾਉਂਦਿਆਂ ਹੋਇਆ? ਇਹ ਲੰਗਰ ਦੀ ਸੇਵਾ। ਹਾਂਜੀ, ਲੰਗਰ ਦੀ ਸੇਵਾ ਤੇ ਜਿੰਨੀ ਵੀ ਸੇਵਾ ਸੰਗਤ ਦੇ ਵਾਸਤੇ ਆਪ ਜੀ ਚਲਾ ਰਹੇ ਹੋ। ਹਾਂਜੀ, ਇਹ ਭੈਣ ਜੀ ਜਿੰਨਾ ਕੁ ਇੱਥੇ ਸੰਗਤ ਹਿੰਮਤ ਕਰਦੀ ਹੈ, ਜਿੰਨਾ ਇਹਨਾਂ ਨੇ ਬਹੁਤ ਹਿੰਮਤ ਨਾਲ ਉਪਰਾਲਾ ਕਰਕੇ ਕੋਵਿਡ-19 ਜਿਹੜਾ ਚੱਲਦਾ ਉਹਦੇ ਮੁਤਾਬਕ ਇਹਨਾਂ ਨੂੰ ਅੰਦਾਜ਼ਾ ਕੱਲ ਨੂੰ 40 ਦਿਨ ਪੂਰੇ ਹੋ ਜਾਣੇ ਜੀ ਸੇਵਾ ਚੱਲਦੀ ਨੂੰ। ਤੇ ਵੀਰ ਜੀ, ਤੇ ਇਹ ਜਿਹੜਾ ਬਲ ਆਂਦਾ ਹੈ ਸੇਵਾ ਵਾਸਤੇ ਪਰ ਤੱਕ ਖੜੇ ਹੋਣ ਦਾ, ਇਹ ਬਲ ਕਿੱਧਰੋਂ ਆਂਦਾ ਹੈ? ਇਹ ਸ਼ਕਤੀ ਕਿੱਧਰੋਂ ਆਂਦੀ ਹੈ? ਇਹ ਬਲ ਇਹਨਾਂ ਦੀ ਬਾਬਾ ਜੀ ਦੀ ਬਖਸ਼ਿਸ਼ ਹੈ ਤੇ ਸਾਰੀ ਸੰਗਤ ਦੇ ਵਿੱਚ ਉਹਨਾਂ ਨੇ ਹੀ ਪ੍ਰੇਮ ਦਿੱਤਾ, ਉਹੀ ਕਰਵਾ ਰਹੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਆਓ ਦਰਸ਼ਕਾਂ ਨੂੰ ਅੱਗੇ ਲੈ ਕੇ ਚੱਲੀਏ ਜੀ। ਤੇ ਵੀਰ ਜੀ, ਸਾਨੂੰ ਇੱਥੇ ਜੋ ਵੀ ਸੇਵਾਵਾਂ ਚੱਲ ਰਹੀਆਂ ਨੇ ਉਹਦੇ ਬਾਰੇ ਥੋੜਾ ਹੋਰ ਜਾਣੂ ਕਰੋ। ਇੱਦਾਂ ਮੰਨਿਆ ਜਾਂਦਾ ਹੈ, ਇੱਦਾਂ ਮਤਲਬ ਸੁਣਿਆ ਵੀ ਜਾਂਦਾ ਹੈ ਕਿ ਜਦੋਂ 84 ਦੇ ਦੰਗੇ ਹੋਏ, ਬੜੇ ਸਾਰੇ ਸ਼ਰਧਾਲੂਆਂ ਨੂੰ, ਬੜੇ ਸਾਰੇ ਸਾਡੇ ਸਿੱਖ ਭੈਣ ਭਰਾਵਾਂ ਨੂੰ ਇੱਥੇ ਲਿਆਇਆ ਗਿਆ, ਉਹਨਾਂ ਨੂੰ ਬਚਾਇਆ ਗਿਆ 84 ਦੇ ਦੰਗਿਆਂ ਤੋਂ। ਨਾਲ ਉਹਨਾਂ ਦੀ ਸੇਵਾ ਕੀਤੀ ਗਈ, ਭਾਵੇਂ ਖਾਣ ਪਾਣ ਦੀ ਭਾਵੇਂ ਰਹਿਣ ਬਸੇਰਾ ਹੋਏ, ਭਾਵੇਂ ਖਾਣ ਪਾਣ ਦੀ ਹੋਏ। ਤੇ ਉਸ ਵੇਲੇ ਹੁਣੇ ਸਮਾਂ ਵੀ ਉਹ ਚੱਲ ਰਿਹਾ, ਜੂਨ ਦਾ ਮਹੀਨਾ, ਜਦੋਂ 84 ਦੇ ਦੰਗੇ ਹੋਏ ਸੀ। ਇੱਥੇ ਕਿੰਨੇ ਕੁ ਸ਼ਰਧਾਲੂ ਆਏ ਸੀ ਜਿਨ੍ਹਾਂ ਨੂੰ ਬਚਾਇਆ ਗਿਆ ਸੀ? ਬਿਲਕੁਲ ਭੈਣ ਜੀ, ਮਨ ਭਰਦਾ ਉਸ ਸਮੇਂ ਨੂੰ ਯਾਦ ਕਰਕੇ। ਦਿੱਲੀ ਨਿਵਾਸੀ, ਦਿੱਲੀ ਦੀਆਂ ਸੰਗਤਾਂ ਇੱਥੇ ਖਲੋਈਆਂ ਹੋਈਆਂ ਨੇ। ਇਹ ਉਹ ਸਥਾਨ ਗਰੀਬ ਨਵਾਜ ਬਾਬਾ ਜੀ ਜਿਸ ਸਥਾਨ ਦੀ ਸਿਰਜਣਾ ਕੀਤੀ ਉਹਨਾਂ ਨੇ, ਉਸ 84 ਦੇ ਦੌਰ ਦੇ ਵਿੱਚ, ਜਿਨ੍ਹਾਂ ਨੂੰ ਕਿਤੇ ਜੇ ਸਮੇਂ ਨੂੰ ਸੁਪਨੇ ਵਿੱਚ ਵੀ ਯਾਦ ਕਰਦੇ ਆ ਤੇ ਅਚਾਨਕ ਉੱਠ ਖਲੋਂਦਾ। ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੀ ਮੁਬਾਰਕ ਰਸਨਾ ਤੋਂ ਸੁਣਿਆ ਹੋਇਆ ਬਚਨ ਵੀ ਉਸ ਵਕਤ 7000 ਜਿਹੜੇ ਸਿੱਖ ਨੇ ਉਹਨਾਂ ਨੇ ਆ ਕਰਕੇ ਇੱਥੇ ਪਨਾਹ ਲਈ। ਉਹ ਇਕੱਲੀ ਪਨਾਹ ਨਹੀਂ, ਹਰ ਤਰ੍ਹਾਂ ਦੇ ਜ਼ਿੰਮੇਵਾਰ ਸ਼੍ਰੀ ਹਜ਼ੂਰ ਬਾਬਾ ਜੀ ਆਪ ਬਣੇ। ਉਹਨਾਂ ਦੀ ਇੱਥੋਂ ਤੱਕ ਸਟੱਡੀ, ਸਿਹਤ, ਹਰ ਤਰ੍ਹਾਂ ਦੀ ਸੁੱਖ ਸਹੂਲਤ ਦਾ ਜਦੋਂ ਤੱਕ ਮਾਹੌਲ ਠੀਕ ਨਾ ਹੋਇਆ ਉਦੋਂ ਤੱਕ ਇਸ ਸਥਾਨ ਦੇ ਉੱਤੇ ਉਹਨਾਂ ਨੂੰ ਜਿਹੜੀ ਪੂਰਨ ਰੂਪ ਦੇ ਵਿੱਚ ਪਨਾਹ ਦਿੱਤੀ ਗਈ। ਤੇ ਇਹ ਅਸਲ ਦੇ ਵਿੱਚ ਗੁਰੂ ਨਾਨਕ ਦਾ ਘਰ ਦਾ ਅਸੂਲ ਹੀ ਇਹ ਆ, ਸਭੇ ਸਾਂਝੀ ਵਾਲ ਸਦਾਏ ਨ ਕੋਈ ਨਾ ਦਿਸੈ ਵਾਰਾ ਜੀਓ। ਇਹ ਗੁਰੂ ਨਾਨਕ ਦੇ ਘਰ ਦਾ ਸੁਨਹਿਰੀ ਪਹਿਲਾ ਅਸੂਲ ਆ। ਤੇ ਮਹਾਂਪੁਰਖ ਜੋ ਹੁੰਦੇ ਨੇ ਉਹ ਗੁਰੂ ਘਰ ਤੋਂ, ਗੁਰੂ ਨਾਨਕ ਦੇ ਦਰ ਤੋਂ ਬਰੋਸਾਏ ਹੋਏ, ਉਹ ਪਰਉਪਕਾਰ ਦਾ ਮਿਸ਼ਨ ਲੈ ਕੇ ਸੰਸਾਰ ਵਿੱਚ ਆਉਂਦੇ ਨੇ। ਤੇ ਇਸ ਤਰ੍ਹਾਂ ਕਰਕੇ ਬਾਬਾ ਜੀ ਦੀ ਮੁਬਾਰਕ ਰਸਨਾ ਤੋਂ ਸੁਣਿਆ ਹੋਇਆ ਬਚਨ ਵੀ 7000 ਜਿਹੜੇ ਉਸ ਸਮੇਂ ਸਿੱਖਾਂ ਪਰਿਵਾਰ, ਉਹਨਾਂ ਨੂੰ ਪਨਾਹ ਦੇ ਕੇ ਹਰ ਤਰ੍ਹਾਂ ਦੇ ਨਾਲ ਉਹਨਾਂ ਦੀ ਪਰਵਰਿਸ਼ ਕੀਤੀ। ਤੇ ਅੱਜ ਬਹੁਤੀਆਂ ਸੰਗਤਾਂ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਨੇ ਤੇ ਕੁਝ ਪੰਜਾਬ ਗਏ। ਤੇ ਆ ਜਿੰਨੀਆਂ ਸੇਵਾਵਾਂ ਕਰ ਰਹੀਆਂ, ਆਪਾਂ ਵਾਰੋ-ਵਾਰ ਆ ਸਮੇਂ ਦੇ ਨਾਲ ਤੱਕਾਂਗੇ ਜੀ। ਤੇ ਵੀ ਜੀ, ਜਿੱਦਾਂ ਆਪ ਜੀ ਨੇ ਮੈਂਸ਼ਨ ਕੀਤਾ ਇੱਥੇ ਕਿ ਅਸੀਂ ਵਾਰੋ-ਵਾਰ ਸਮੇਂ ਦੇ ਨਾਲ ਸੇਵਾਵਾਂ ਤੱਕਾਂਗੇ, ਤੇ ਜਿਹੜੀ ਮੌਜੂਦਾ ਇੱਥੇ ਸੇਵਾਵਾਂ ਚੱਲ ਰਹੀਆਂ ਨੇ, ਅਸੀਂ ਚਾਹੁੰਦੇ ਹਾਂ ਆਪ ਜੀ ਦਰਸ਼ਕਾਂ ਨੂੰ ਉਹ ਦਿਖਾਓ ਕਿ ਇੱਥੇ ਕੀ ਸੇਵਾਵਾਂ ਚੱਲ ਰਹੀਆਂ ਨੇ। ਹਾਂਜੀ ਭੈਣ ਜੀ, ਮੈਂ ਦੱਸਣਾ ਚਾਹਾਂਗਾ ਇਸ ਸਥਾਨ ਦੇ ਜਿਹੜੇ ਸਤਿਕਾਰਯੋਗ ਮੁੱਖ ਸੇਵਾਦਾਰ ਉਸਤਾਦ ਜੀ, ਪਾਇਲਟ ਸਾਹਿਬ ਜੀ, ਬਾਬਾ ਗੁਰਚਰਨ ਸਿੰਘ ਜੀ, ਤਕਰੀਬਨ 26 ਅਪ੍ਰੈਲ 2021 ਤੋਂ ਜਿਹੜੀ ਇੱਥੇ ਨਿਰੰਤਰ ਸੇਵਾ ਚੱਲ ਰਹੀ ਆ ਗੁਰੂ ਕੇ ਲੰਗਰਾਂ। ਆਪਾਂ ਨੂੰ ਪਤਾ 84 ਦਾ ਦੌਰ ਵੀ ਉਹ ਜਿਹੜਾ ਬੜਾ ਭਿਆਨਕ ਸੀ, ਜਿਹੜਾ ਅੱਜ ਦਾ ਸੈਕੰਡ ਵੇਵ ਚੱਲ ਰਹੀ ਆ ਨਾ ਕੋਵਿਡ-19 ਦੀ। ਸਾਨੂੰ ਜਦੋਂ ਪੰਜਾਬ ਵਿੱਚ ਪਤਾ ਲੱਗਦਾ ਵੀ ਹਾਂ ਉੱਥੇ ਸ਼ਮਸ਼ਾਨ ਘਾਟ, ਤੁਸੀਂ ਦਿੱਲੀ ਦੇ ਨਿਵਾਸੀ ਹੋ, ਤੁਹਾਨੂੰ ਵੱਧ ਪਤਾ ਵੀ ਦਿੱਲੀ ਦੇ ਵਿੱਚ ਇੱਥੋਂ ਤੱਕ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਨ ਦੇ ਲਈ ਕਿੰਨੇ ਘੰਟਿਆਂ ਵਧੀ ਆ ਜਿਹੜਾ ਉਹਦਾ ਵੇਟ ਕਰਨੀ ਪੈਂਦੀ ਸੀ। ਇਸ ਤੋਂ ਬਿਨਾਂ ਜਿਹੜੀਆਂ ਆਸਤੀਆਂ ਪ੍ਰਵਾਹ ਕਰਨ ਦੇ ਲਈ ਕਿੱਡੀ ਵੱਡੀ ਲਾਈਨ, ਉਹ ਸਮਾਂ ਭਿਆਨਕ ਤੱਕ ਕੇ ਉਸ ਦੌਰ ਦੇ ਵਿੱਚ ਪਰਮ ਪੂਜਨੀਕ ਇਸ ਸੰਪਰਦਾ ਦੇ ਮੌਜੂਦਾ ਮੁਖੀ ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ, ਉਹਨਾਂ ਦੇ ਹੁਕਮਾਂ ਅਨੁਸਾਰ ਗੁਰੂ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਦੇ ਹੋਏ ਇਸ ਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਬਾਬਾ ਜੀ ਦੇ ਪਾਇਲਟ ਸਾਹਿਬ ਉਸਤਾਦ ਜੀ ਭਾਈ ਗੁਰਚਰਨ ਸਿੰਘ ਜੀ, ਉਹਨਾਂ ਨੇ ਸਰਵ ਸੰਗਤਾਂ ਦੇ ਸਹਿਯੋਗ ਦੇ ਨਾਲ 26 ਅਪ੍ਰੈਲ ਤੋਂ ਇਹ ਜਿਹੜੇ ਗੁਰੂ ਕੇ ਲੰਗਰਾਂ ਦੀ ਸੇਵਾ ਪ੍ਰਾਰੰਭ ਕੀਤੀ। ਸੰਗਤਾਂ ਉਹ ਜਿਹੜਾ ਅੱਜ ਕੁਝ ਮਾਹੌਲ ਸਹੀ ਹੁੰਦਾ ਜਾ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ। ਜਿੱਥੇ ਸੇਵਾਵਾਂ ਉੱਥੇ ਦਿਨ ਰਾਤ ਅਰਦਾਸਾਂ ਬੇਨਤੀਆਂ ਚੱਲ ਰਹੀਆਂ ਨੇ, ਨਾਮ ਸਿਮਰਨ ਦੇ ਘਰਾਂ ਵਿੱਚ ਪ੍ਰਵਾਹ ਚੱਲ ਰਹੇ ਨੇ। ਆਓ ਆਪਾਂ ਰਸੋਈ ਦੇ ਵਿੱਚ ਜਿਹੜੇ ਕਿਚਨ ਆ ਗੁਰੂ ਕੇ ਲੰਗਰ, ਉੱਥੇ ਕਿਸ ਤਰ੍ਹਾਂ ਵੱਡੇ ਪੱਧਰ ਉੱਤੇ ਆ ਜਿਹੜਾ ਗੁਰੂ ਕੇ ਲੰਗਰ ਬਣਦੇ ਨੇ, ਉਹਨਾਂ ਨੂੰ ਆਪਾਂ ਤੱਕਦੇ ਹਾਂ ਜੀ। ਆਓ ਭੈਣ ਜੀ। ਹਾਂਜੀ, ਇਹ ਗੁਰੂ ਕਾ ਲੰਗਰ ਇਸ ਸਥਾਨ ਦੇ ਉੱਤੇ
ਤੇ ਹਰ ਰੋਜ਼ ਆ ਜਿਹੜਾ ਮੈਨੂ ਕਹਿ ਦਈਏ ਉਹ ਬਦਲਿਆ ਜਾਂਦਾ। ਵਧੀਆ ਤਰੀਕੇ ਦੇ ਨਾਲ ਪੈਕਿੰਗ ਕਰਕੇ ਦਿੱਲੀ ਦੇ ਜਿਹੜੇ ਵੱਖ-ਵੱਖ ਗਵਰਨਮੈਂਟ ਸਰਕਾਰੀ ਹਸਪੀਟਲ ਨੇ ਉਹਨਾਂ ਤੱਕ ਆ ਲੰਗਰ ਨੂੰ ਪੁੱਜਦਾ ਕੀਤਾ ਜਾਂਦਾ। ਤੇ ਅੱਜ ਜਿਹੜੇ ਛੋਲੇ ਕੁਲਚੇ ਤੇ ਜਿਹੜੇ ਛੋਲੇ ਚਾਵਲ ਇਹ ਗੁਰੂ ਕੇ ਲੰਗਰ ਦੇ ਵਿੱਚ ਬਣੇ। ਇਸ ਤੋਂ ਬਿਨਾਂ ਪਾਣੀ ਦੀ ਬੋਤਲ ਤੇ ਫਰੂਟੀ, ਇਸ ਤੋਂ ਬਿਨਾਂ ਨਾਲ ਬਿਸਕਿਟ ਪੈਕਟ, ਇਹਦੀ ਪੈਕਿੰਗ ਕਰਕੇ ਵਧੀਆ ਤਰੀਕੇ ਦੇ ਨਾਲ ਆ ਦੇਖੋ ਇਸ ਤਰ੍ਹਾਂ ਸੇਵਾਦਾਰ ਜਿੱਧਰ ਪੈਕਿੰਗ ਹੁੰਦੀ ਆ ਉਧਰ ਲੈ ਕੇ ਜਾਂਦੇ ਨੇ। ਆਓ ਆਪਾਂ ਨਾਲੋਂ ਨਾਲ ਜਿਹੜੀ ਆ ਪੈਕਿੰਗ ਨੂੰ ਵੀ ਤੱਕਾਂਗੇ, ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਆ ਜੀ। ਤੇ ਵੀਰ ਜੀ ਜਿੱਦਾਂ ਆਪ ਜੀ ਨੇ ਦੱਸਿਆ ਕਿ ਇੱਥੇ ਨਿਰੰਤਰ ਸੇਵਾ ਚੱਲਦੀ ਰਹਿੰਦੀ ਹੈ, ਇਸੇ ਬਾਰੇ ਅਸੀਂ ਬਾਬਾ ਜੀ ਆਪ ਜੀ ਨਾਲ ਗੱਲ ਕਰਨਾ ਚਾਹਾਂਗੇ। ਕਿੰਨੇ ਦਿਨ ਹੋ ਗਏ, ਕਿੰਨੇ ਚਿਰ ਹੋ ਗਏ ਇਹ ਨਿਰੰਤਰ ਸੇਵਾ ਨੂੰ ਆਪ ਜੀ ਜਿਹੜੇ ਸਾਂਭ ਰਹੇ ਹੋ, ਕਿੰਨੇ ਦਿਨ ਹੋ ਗਏ ਸਾਂਭਦੇ ਹੋਏ? ਇਹ ਤਕਰੀਬਨ ਭੈਣ ਜੀ 28 ਤਰੀਕ ਤੋਂ ਸ਼ੁਰੂ ਹੋਇਆ, ਅਪ੍ਰੈਲ ਤੋਂ 40 ਦਿਨ ਹੋਣ ਦੇ ਬਾਕੀ 40 ਦਿਨ ਤੋਂ ਲਗਾਤਾਰ ਨਿਰੰਤਰ ਸੇਵਾ ਅੰਤ ਤੱਕ ਜਾਰੀ ਹੈ। ਤੇ ਇੱਥੇ ਰੋਜ਼ਾਨਾ ਕਿੰਨਾ ਕੁ ਲੰਗਰ, ਕਿੰਨੇ ਲੋਕਾਂ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਹੈ? ਸ਼ੁਰੂ ਤੱਕ ਕੀਤਾ ਜੀ 500 ਬੰਦੇ ਤੋਂ, ਪਰ ਹੁਣ ਇਹਨਾਂ ਸੰਗਤਾਂ ਦਾ ਸਹਿਯੋਗ ਤੇ ਪਿਆਰ ਆ, ਸੰਗਤ ਪ੍ਰੇਮ ਨਾਲ ਸੇਵਾ ਕਰ ਰਹੀਆਂ ਨੇ, ਉਹ ਤਕਰੀਬਨ 1500 1700 ਦੇ ਕਰੀਬ ਜਾ ਰਹੇ ਆ। ਤੇ ਜਿਹੜੀ ਇੱਥੋਂ ਦੀ ਰਸਦ ਆਂਦੀ ਹੈ, ਅਸੀਂ ਸੁਣਿਆ ਕਿ ਇੱਥੇ ਸੁੱਕਾ ਰਾਸ਼ਨ ਵੀ ਵਰਤਾਇਆ ਜਾਂਦਾ ਹੈ, ਤੇ ਡੇਲੀ ਕਿੰਨੀ ਕਿਟਸ ਆਪ ਜੀ ਰੈਡੀ ਕਰਦੇ ਹੋ? ਤਕਰੀਬਨ 25 ਕਿੱਟਾਂ ਤਿਆਰ ਹੋ ਰਹੀਆਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਭਾਜੀ। ਤੇ ਵੀਰ ਜੀ ਅਸੀਂ ਚਾਹਾਂਗੇ ਕਿ ਆਪ ਜੀ ਸੰਗਤਾਂ ਨੂੰ ਲੰਗਰ ਬਾਰੇ ਹੋਰ ਦੱਸੋ। ਜੇ ਕੋਈ ਇਹੋ ਜਿਹਾ ਲੋੜਵੰਦ ਹੈ ਜਿਨ੍ਹਾਂ ਨੂੰ ਲੰਗਰ ਦੀ, ਭਾਵੇਂ ਉਹ ਸੁੱਕੇ ਰਾਸ਼ਨ ਦੀ ਲੋੜ ਹੋਏ, ਭਾਵੇਂ ਬਣੇ ਹੋਏ ਖਾਣੇ ਦੀ ਲੋੜ ਹੋਏ, ਉਹ ਆਪ ਤੱਕ ਆਪਣਾ ਸੁਨੇਹਾ ਕਿਤੋਂ ਤੱਕ ਕਿਵੇਂ ਪਹੁੰਚਾਵੇ? ਬਿਲਕੁਲ, ਬਹੁਤ ਵਧੀਆ ਸਵਾਲ ਭੈਣ ਜੀ ਆਪ ਜੀ ਨੇ ਕੀਤਾ। ਮੈਂ ਪਹਿਲਾਂ ਬੇਨਤੀ ਕਰਾਂਗਾ, ਇੱਧਰ ਪੈਕਿੰਗ ਚੱਲ ਰਹੀ ਆ, ਜ਼ਰੂਰ ਸੰਗਤਾਂ ਨੂੰ ਦਰਸ਼ਨ ਕਰਵਾਇਆ ਜਾਏ। ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਪੈਕਿੰਗ ਕਰਕੇ ਇਹ ਸਾਰੇ ਲੰਗਰ ਦੀ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਪਹੁੰਚਾਈ ਜਾਂਦੀ ਆ। ਇਸ ਅਸਥਾਨ ਦੇ ਸਾਰੇ ਸੇਵਾਦਾਰ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਪੂਰੀ ਪਲੈਨਿੰਗ ਦੇ ਨਾਲ ਇਸ ਲੰਗਰ ਨੂੰ ਲੈ ਕੇ ਜਾਂਦੇ ਨੇ। ਤੇ ਤਕਰੀਬਨ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਵੀ 500 ਤੋਂ ਸ਼ੁਰੂ ਕੀਤਾ ਸੀਗਾ, ਤੇ ਜਿਵੇਂ ਵੀ ਡਿਮਾਂਡ ਹੁੰਦੀ ਗਈ ਤਕਰੀਬਨ 1500 1700 ਐਵਰੇਜ 2000 ਤੱਕ, ਤੇ ਐਵਰੇਜ ਜਿਹੜੀ 2000 ਤੱਕ ਜਿਵੇਂ ਵੀ ਸੰਗਤ ਦੀ ਡਿਮਾਂਡ ਉਸ ਤਰ੍ਹਾਂ ਪੈਕਿੰਗ ਕੀਤੀ ਜਾਂਦੀ ਆ। ਦੂਜੀ ਗੱਲ ਆ ਸੁੱਕੇ ਰਸ ਦੀ। ਸੁੱਕੇ ਰਸ ਦਾ ਜਿਹੜੀ ਕਿੱਟ ਤਿਆਰ ਕੀਤੀ ਜਾਂਦੀ ਆ, ਜਿਵੇਂ 5 ਕਿਲੋ ਆਟਾ, 2 ਕਿਲੋ ਚਾਵਲ ਤੇ ਤੇਲ ਦੀ ਬੋਤਲ, 6-7 ਆਈਟਮਾਂ, ਉਹਦੀ ਕਿੱਟ, ਤਾਂ ਕਿ ਇੱਕ ਲੋੜਵੰਦ ਪਰਿਵਾਰ ਆਪਣਾ ਕਈ ਦਿਨ ਦਾ ਗੁਜ਼ਾਰਾ ਕਰ ਸਕੇ। ਤੇ ਬਾਕੀ ਜਿਸ ਤਰ੍ਹਾਂ ਬਾਬਾ ਜੀ ਕਿਰਪਾ ਕਰਨਗੇ, ਇਸੇ ਤਰ੍ਹਾਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਿਰੰਤਰ ਸੇਵਾਵਾਂ ਚੱਲਦੀਆਂ ਰਹਿਣਗੀਆਂ ਜੀ। ਜਿੱਦਾਂ ਆਪ ਜੀ ਨੇ ਦੱਸਿਆ ਕਿ ਰੈਗੂਲਰ ਇੱਥੇ ਕਿਟਸ ਤਿਆਰ ਹੁੰਦੀਆਂ ਨੇ, ਇੱਥੇ ਖਾਣਾ ਲੰਗਰ ਬਣਦਾ ਹੈ, ਪੈਕਿੰਗ ਹੁੰਦੀ ਹੈ। ਤੇ ਵੀ ਜੀ ਅਸੀਂ ਪੁੱਛਣਾ ਚਾਹਾਂਗੇ ਕਿ ਇੱਥੇ ਕੋਈ ਸਪੈਸੀਫਾਈ ਆਪ ਜੀ ਨੇ ਜ਼ੋਨ ਵੀ ਮੁਕਰਰ ਕੀਤਾ ਕਿ ਸਿਰਫ ਹਸਪਤਾਲ ਦੇਣਾ ਹੈ, ਜਾਂ ਸਿਰਫ ਉਹ ਜਿਹੜੇ ਦਿਹਾੜੀ ਦੇ ਮਜ਼ਦੂਰ ਨੇ, ਜਾਂ ਸਭ ਵਾਸਤੇ, ਜਾਂ ਕੋਈ ਸਪੈਸ਼ਲ ਆਪ ਜੀ ਜਗ੍ਹਾ ਇੱਕ ਲੋਕਲ ਸਪੈਸ਼ਲ ਜਗ੍ਹਾ ਜਾ ਕੇ ਦਿੰਦੇ ਹੋ, ਜਾਂ ਰੋਜ਼ ਅਲੱਗ-ਅਲੱਗ ਜਗ੍ਹਾ ਤੇ ਜਾਂਦੇ ਹੋ? ਅਲੱਗ-ਅਲੱਗ ਜਗ੍ਹਾ ਤੇ ਜਾ ਕੇ। ਮੈਂ ਭੈਣ ਜੀ ਦੱਸਣਾ ਚਾਹਾਂਗਾ, ਜਿਹੜਾ ਕੋਵਿਡ-19 ਦੀ ਸੈਕੰਡ ਵੇਵ ਆਈ ਆ, ਆਪਾਂ ਨੂੰ ਪਤਾ ਵੀ ਇਹ ਕਿੱਡੀ ਕੁ ਭਿਆਨਕ ਹੋ ਗਈ ਸੀ। ਇੱਥੋਂ ਤੱਕ ਪੇਸ਼ੈਂਟ ਦੇ ਜਿਹੜੇ ਰਿਸ਼ਤੇਦਾਰ ਵੀ ਨੇ, ਉਹ ਵੀ ਹਸਪੀਟਲ ਦੇ ਵਿੱਚ ਜਾਣ ਤੋਂ ਡਰਨ ਲੱਗ ਗਏ ਸੀ। ਉਸ ਦੌਰ ਦੇ ਦੌਰਾਨ ਉਹ ਜਿਹੜਾ ਸ਼ੁਰੂ ਕੀਤਾ ਵੀ ਪਹਿਲੇ ਲੈਵਲ ਦੇ ਉੱਤੇ ਜਿਹੜੇ ਹਸਪੀਟਲ ਦੇ ਵਿੱਚ ਪੇਸ਼ੈਂਟ ਜਾਂ ਉਹਨਾਂ ਦੇ ਰਿਸ਼ਤੇਦਾਰ, ਪਰਿਵਾਰ, ਉਹਨਾਂ ਤੱਕ ਇਹ ਪੁੱਜਦਾ ਕੀਤਾ ਜਾਵੇ। ਤੇ ਜਿਉਂ ਰੋਜ਼ਾਨਾ ਰੂਟੀਨ ਜਿਵੇਂ ਬਣਦੀ ਗਈ, ਤੇ ਫਿਰ ਰਸਤੇ ਦੇ ਵਿੱਚ ਲੋੜਵੰਦ, ਭਾਵੇਂ ਕੋਈ ਆਟੋ ਰਿਕਸ਼ਾ, ਸਾਈਕਲ ਵਾਲਾ, ਵੱਡੇ ਪੱਧਰ ਉੱਤੇ ਇੱਥੇ ਲੋਕਡਾਊਨ ਵੀ ਰਿਹਾ। ਹੁਣ ਜਿਹੜੀ ਆ ਜ਼ਿੰਦਗੀ ਦੀ ਪਟੜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਲਾਈਨ ਦੇ ਉੱਤੇ ਆ ਰਹੀ ਆ, ਤੇ ਉਹ ਲੋਕਡਾਊਨ ਵੀ ਰਿਹਾ। ਇਹ ਕੋਈ ਜ਼ਰੂਰੀ ਨਹੀਂ ਵੀ ਇਕੱਲੀ ਹਸਪੀਟਲ ਹੀ, ਜਿਹੜੇ ਵੀ ਲੋੜਵੰਦ ਪਰਿਵਾਰ ਜਿੱਥੇ ਵੀ, ਜਾਂ ਜਿਹੜਾ ਵੀ ਜ਼ੋਨ, ਜਾਂ ਕੋਈ ਸੰਗਤ ਰਿਕੁਐਸਟ ਕਰਦੀ, ਉਸ ਥਾਂ ਦੇ ਉੱਤੇ ਜਾ ਕੇ ਆ ਜਿਹੜਾ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਕਿੱਟਾਂ। ਤੇ ਵੀਰ ਜੀ ਜਿੱਦਾਂ ਆਪ ਜੀ ਤੋਂ ਮੈਂ ਪੁੱਛਿਆ ਕਿ ਜਿੱਦਾਂ ਆਪ ਜੀ ਨੇ ਕਿਹਾ ਕਿ ਜਿਵੇਂ ਸੰਗਤ ਰਿਕੁਐਸਟ ਕਰਦੀ ਹੈ, ਤੇ ਇਹੋ ਜਿਹਾ ਕਿਹੜਾ ਮੀਡੀਅਮ ਹੈ, ਕੋਈ ਲੋੜਵੰਦ ਪਰਿਵਾਰ, ਕੋਈ ਲੋੜਵੰਦ ਵਿਅਕਤੀ ਆਪ ਜੀ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦਾ ਹੈ ਕਿ ਉਹਨੂੰ ਰਸਦ ਦੀ ਲੋੜ ਹੈ ਜਾਂ ਲੰਗਰ ਦੀ ਲੋੜ ਹੈ, ਤੇ ਉਹ ਆਪ ਜੀ ਤੱਕ ਕਿਵੇਂ ਸੁਨੇਹਾ ਪਹੁੰਚਾਏ, ਕਿਵੇਂ ਆਪ ਜੀ ਨੂੰ ਜੁੜੇ?
ਹਾਂਜੀ, ਪਹਿਲਾਂ ਤਾਂ ਜਿਵੇਂ ਸਾਰੀਆਂ ਸੰਗਤਾਂ ਜਾਣਦੀਆਂ ਹੀ ਨੇ, ਬਹੁਤ ਹੀ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਆ, ਇਹਨੂੰ ਰੋਜ਼ਾਨਾ ਹੀ ਕਵਰ ਕਰਨ ਦੇ ਲਈ ਕੋਈ ਰਿਕੁਐਸਟ ਨਹੀਂ ਕਰਦੇ, ਕਿਉਂਕਿ ਜਿੱਥੇ ਵੀ ਸੇਵਾਵਾਂ ਚੱਲ ਰਹੀਆਂ ਨੇ ਤਾਂ ਗੁਰੂ ਦੀ ਸੇਵਾ ਹੀ ਬੜੀ ਉੱਚੀ ਆ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਆ ਚਿੱਤ ਲਾ ਕੇ ਗੁਰੂ ਸਾਹਿਬ ਦੀ ਕਿਰਪਾ, ਸ਼੍ਰੀ ਹਜ਼ੂਰ ਬਾਬਾ ਜੀ ਦੀ ਮਿਹਰ ਦਾ ਸਦਕਾ ਸਾਰੀਆਂ ਸੰਗਤਾਂ ਕਰ ਰਹੀਆਂ ਨੇ। ਤੇ ਬਾਕੀ ਅੱਜ ਤੁਸੀਂ ਉਚੇਚੇ ਤੌਰ ਦੇ ਉੱਤੇ ਇੱਕ ਸੋਚ ਜਿਹੜਾ ਵੈਬ ਚੈਨਲ ਪਹੁੰਚਿਆ ਹੈ, ਬਹੁਤ ਧੰਨਵਾਦ। ਵਧੀਆ ਆਪ ਜੀ ਨੇ ਸਵਾਲ ਕੀਤਾ ਵੀ ਕਿਵੇਂ ਜਿਹੜਾ ਇੱਥੇ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਮੈਂ ਬੇਨਤੀ ਕੀਤੀ ਇਸ ਸਥਾਨ ਦੇ ਜੋ ਮੁੱਖ ਸੇਵਾਦਾਰ ਸਾਡੇ ਸਤਿਕਾਰਯੋਗ ਪਾਇਲਟ ਸਾਹਿਬ ਭਾਈ ਗੁਰਚਰਨ ਸਿੰਘ ਜੀ, ਉਹਨਾਂ ਦਾ ਜਿਹੜਾ ਮੋਬਾਈਲ ਨੰਬਰ ਆ, ਮੈਂ ਸੰਗਤ ਦੀ ਜਾਣਕਾਰੀ ਲਈ ਜਿਹੜਾ ਬੋਲ ਰਿਹਾ ਵਾਂ, ਉਹ ਕਿਸੇ ਵੀ ਤਰ੍ਹਾਂ ਦੇ ਨਾਲ ਕਦੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ, ਭਾਵੇਂ ਜਿਹੜੀਆਂ ਸੇਵਾਵਾਂ ਕਿਤੇ ਪਹੁੰਚਾਉਣੀਆਂ ਨੇ ਜਾਂ ਕਿਉਂਕਿ ਇਹ ਗੁਰੂ ਕਾ ਲੰਗਰ ਹੈ, ਇਸ ਤੋਂ ਬਿਨਾ ਕੋਈ ਸੇਵਾ ਕਰ ਵੀ ਸਕਦੀ ਹੈ ਤਿਲ ਫੁੱਲ ਕਰਕੇ। ਨੰਬਰ ਹੈ 84,598,08113। ਇਸ ਤੋਂ ਬਿਨਾ ਤੇ ਇੱਕ ਦੂਸਰਾ ਨੰਬਰ ਵੀ ਮੈਂ ਸੰਗਤ ਦੇ ਜਿਹੜੀ ਆ ਬੇਨਤੀ ਕਰ ਦੇਣਾ, ਭਾਈ ਬ੍ਰਹਮ ਦਿਆਲ ਸਿੰਘ ਜੀ 98,737,15,513। ਇਹਨਾਂ ਨੰਬਰਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਭਾਵੇਂ ਸੇਵਾਵਾਂ ਭੇਜਣੀਆਂ ਨੇ ਜਾਂ ਕਿਤੇ ਕੋਈ ਲੋੜਵੰਦ ਲੱਗਦਾ ਤਾਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਇਹ ਸਦਾ ਹੀ ਗੁਰੂ ਨਾਨਕ ਦਾ ਦਾਰਾ ਸਾਰਿਆਂ ਦੇ ਲਈ, ਚੌਂ ਵਰਨਾਂ ਲਈ, ਇਹ ਤਾਂ ਸਾਰਿਆਂ ਲਈ ਖੁੱਲ੍ਹਾ ਹੈ ਜੀ। ਤੇ ਜਿਵੇਂ ਅਸੀਂ ਤੁਹਾਨੂੰ ਦਿਖਾਇਆ ਕਿ ਇੱਥੇ ਇਸ ਮਹਾਨ ਸਥਾਨ ਤੇ ਇਸ ਆਸ਼ਰਮ 'ਚ ਸੇਵਾ ਚੱਲਦੀ ਪਈ ਹੈ। ਆਓ ਤੁਹਾਨੂੰ ਹੋਰ ਜ਼ੂਮ ਇਨ ਕਰਕੇ ਮੈਂ ਕੈਮਰਾ ਪਰਸਨ ਨੂੰ ਰਿਕੁਐਸਟ ਕਰਾਂਗੀ ਕਿ ਉਹ ਸਾਰੀ ਸੇਵਾਵਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ। ਤੇ ਇਹ ਸਾਰਾ ਰਾਸ਼ਨ, ਇਹ ਸਾਰਾ ਖਾਣ ਪੀਣ ਦਾ ਲੰਗਰ ਤਿਆਰ ਹੋ ਕੇ ਪੈਕੇਟਸ ਵਿੱਚ ਆ ਗਿਆ। ਤੇ ਵੀ ਜੀ ਸਾਨੂੰ ਦੱਸਿਓ, ਇਹ ਪੈਕੇਜਿੰਗ ਤੋਂ ਬਾਅਦ ਇਹ ਗੱਡੀਆਂ ਵਿੱਚ ਲੋਡ ਕਰਦੇ ਹੋ ਆਪ ਜੀ ਜਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਪਹੁੰਚਾਇਆ ਜਾਂਦਾ ਹੈ? ਹਾਂਜੀ ਭੈਣ ਜੀ, ਮੈਂ ਜਿਵੇਂ ਆਪ ਪਿੱਛੇ ਤੋਂ ਆਪ ਜੀ ਸੰਗਤ ਨੂੰ ਸਾਰਿਆਂ ਨੂੰ ਦਿਖਾਇਆ ਵੀ ਕਿਸ ਤਰ੍ਹਾਂ ਕੋਵਿਡ-19 ਦੀਆਂ ਜਿਹੜੀਆਂ ਜੋ ਸਰਕਾਰ ਦੀਆਂ ਗਾਈਡਲਾਈਨ ਨੇ ਉਹਨਾਂ ਦੀ ਪਾਲਣਾ ਕਰਦੇ ਹੋ, ਕਿਸ ਤਰ੍ਹਾਂ ਇਹਦੀ ਜਿਹੜੀ ਮੁਕੰਮਲ ਪੈਕਿੰਗ ਕੀਤੀ ਜਾਂਦੀ ਹੈ ਤੇ ਬਿਲਕੁਲ ਹੀ ਫਰੈਸ਼ ਔਰ ਤਾਜ਼ਾ, ਤੇ ਉਹਦੀ ਮੁਕੰਮਲਾ ਪੈਕਿੰਗ ਹੋ ਗਈ। ਇੱਕ ਵਾਰੀ ਦਰਸ਼ਨ ਕਰਾ ਦਿਓ ਜੀ। ਇਸ ਤੋਂ ਬਾਅਦ ਜਿਹੜੀਆਂ ਗੱਡੀਆਂ ਦੇ ਵਿੱਚ ਲੋਡਡ ਕਿੱਟਾਂ ਨੇ, ਜਦੋਂ ਇਹ ਪੂਰੀਆਂ ਹੋ ਗਈਆਂ ਤੇ ਉਹਨਾਂ ਨੂੰ ਵੱਖ-ਵੱਖ ਗੱਡੀਆਂ ਦੇ ਵਿੱਚ ਅਲੱਗ-ਅਲੱਗ ਜਿੱਥੇ ਜਿੱਥੇ ਜ਼ੋਨ ਮੁਕਰਰ ਕੀਤੇ ਹੋਏ ਨੇ, ਉੱਥੇ ਜਿਹੜੇ ਸੇਵਾਦਾਰ ਸਾਰੇ ਜਾਂਦੇ ਨੇ ਤੇ ਉੱਥੇ ਆ ਜਿਹੜੀਆਂ ਫਿਰ ਇਹ ਗੱਡੀਆਂ ਨੂੰ ਪਹੁੰਚਾਇਆ ਜਾਂਦਾ। ਤੇ ਆਓ ਇਸ ਦਰਸ਼ਨ ਕਰਦੇ ਹਾਂ ਜਿੱਥੇ ਲੋਡ ਹੋ ਗਈ ਗੱਡੀ ਜੀ। ਤੇ ਸਾਡੇ ਨਾਲ ਇੱਥੇ ਦੇ ਸੇਵਾਦਾਰ ਜੁੜੇ ਨੇ। ਤੇ ਵੀ ਜੀ ਇੱਥੇ ਰੋਜ਼ਾਨਾ ਕਿੰਨੀ ਗੱਡੀਆਂ ਜੀ ਲੋਡ ਅਨਲੋਡ ਕਰਦੇ ਹੋ? ਕਿੰਨੀ ਗੱਡੀਆਂ ਹੁਣੇ ਤੱਕ ਰੈਡੀ ਹੋ ਕੇ ਜਾ ਚੁੱਕੀਆਂ ਨੇ ਤੇ ਕਿੰਨੀਆਂ ਹੋਰ ਬਾਕੀਆਂ ਨੇ? 4 ਗੱਡੀਆਂ ਜਾ ਚੁੱਕੀਆਂ ਨੇ। ਇੱਕ ਟੈਂਪੂ ਟਰੈਵਲ ਪੂਰੀ ਭਰ ਰਹੀ ਹੈ। ਇਹਦੇ 'ਚ ਘੱਟ ਤੋਂ ਘੱਟ 700 ਬੰਦਿਆਂ ਦਾ ਲੰਗਰ ਹੈਗਾ ਤੇ ਨਾਲ ਹੀ ਇਹ ਕੱਚਾ ਰਾਸ਼ਨ ਹੈਗਾ। ਜਿਹਨੂੰ ਲੋੜ ਹੁੰਦੀ ਹੈ ਕੋਈ ਵੀ ਬੰਦਾ ਉਹ ਸਾਨੂੰ ਕਾਲ ਕਰ ਦਿੰਦਾ, ਅਸੀਂ ਉਹਦੇ ਘਰ ਜਾ ਕੇ ਦੇ ਆਉਂਦੇ ਹਾਂ। ਤੇ ਵੀ ਜੀ ਇੱਥੇ ਇੱਕ ਦਿਨ ਵਿੱਚ ਕਿੰਨੀ ਵਾਰੀ ਗੱਡੀ ਲੋਡ ਕੀਤੀ ਜਾਂਦੀ ਹੈ? ਇੱਕੋ ਵਾਰੀ ਜੇ ਅਸੀਂ 1500-1600 ਬੰਦੇ ਦਾ ਲੰਗਰ ਤਿਆਰ ਕਰਦੇ ਹਾਂ, ਇੱਕੋ ਵਾਰੀ ਸਾਰੀ ਗੱਡੀਆਂ ਲੱਗ ਜਾਂਦੀਆਂ ਨੇ। ਸਾਰੀ ਅਲੱਗ-ਅਲੱਗ ਹਸਪੀਟਲਾਂ 'ਚ ਜਾਂਦੇ ਹਾਂ ਲੈ ਕੇ, ਹਰ ਬੰਦੇ ਦਾ ਆਪਣਾ ਆਪਣਾ ਬੰਦਿਆ ਹੋਇਆ। ਅਸੀਂ ਜਿਵੇਂ ਹੁਣ ਇੱਧਰ ਜਾ ਰਹੇ ਹਾਂ ਗੁਰੂ ਤੇਗ ਬਹਾਦਰ ਹਸਪੀਟਲ 'ਚ, ਤੇ ਐਵੇਂ ਕੋਈ ਜਮਨਾ ਪਾਰ ਦੀ ਸਾਈਡ ਜਾਂਦਾ ਹੈ, ਕੋਈ ਸਾਊਥ ਦਿੱਲੀ ਸਾਈਡ, ਸਾਰੇ ਜਿੱਧਰ ਹਸਪੀਟਲ ਹੈਗੇ ਸਾਰੀ ਜਗ੍ਹਾ ਜਾਈਦੇ। ਧੰਨਵਾਦ ਜੀ। ਤੇ ਇਸ ਸਥਾਨ ਬਾਰੇ ਆਪ ਜੀ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ, ਅਸੀਂ ਸੰਗਤਾਂ ਨੂੰ ਜਾਣੂ ਕਰਾਇਆ ਇੱਥੇ ਜਿਹੜੀ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਕੋਵਿਡ ਦੇ ਦੌਰਾਨ। ਤੇ ਜਿੱਦਾਂ ਦੱਸਿਆ ਗਿਆ, ਹੁਣੇ ਮੈਂਸ਼ਨ ਕੀਤਾ ਕਿ 84 ਦੇ ਦੰਗੇ ਦੇ ਟਾਈਮ ਤੇ ਵੀ ਇੱਥੇ ਵਿਸ਼ੇਸ਼ ਸੇਵਾ, ਜਦੋਂ ਇੱਥੇ ਸੰਗਤ ਆਈ ਉਹਨਾਂ ਨੂੰ ਬਚਾਇਆ ਗਿਆ, ਉਹਨਾਂ ਦੇ ਖਾਣ ਪੀਣ ਦਾ, ਰਹਿਣ ਬਸੇਰੇ ਦਾ ਇੰਤਜ਼ਾਮ ਕੀਤਾ ਗਿਆ। ਐਸੀ ਅੱਜ ਦੀ ਆਪ ਜੀ ਲਈ ਵਿਸ਼ੇਸ਼ ਜਾਣਕਾਰੀ ਵਜ਼ੀਰਾਬਾਦ ਤੋਂ, ਸ਼੍ਰੀ ਨਾਨਕਸਰ ਆਸ਼ਰਮ ਠਾਠ ਵਜ਼ੀਰਾਬਾਦ ਤੋਂ। ਤੇ ਇੱਕ ਵਿਸ਼ੇਸ਼ ਅਸੀਂ ਮੈਸੇਜ ਲੈਣੇ ਆ ਵੀ ਜੀ ਤੋਂ। ਵੀ ਜੀ ਕੋਈ ਅਜਿਹਾ ਮੈਸੇਜ ਜਿਹੜਾ ਆਪ ਜੀ ਸੰਗਤਾਂ ਨੂੰ ਦੇਣਾ ਚਾਹੋਗੇ? ਸਾਰੀ ਸੰਗਤ ਗੁਰੂ ਨਾਨਕ ਨਾਮ ਲੇਵਾ ਤੇ ਬਹੁਤ ਹੀ ਪਿਆਰ ਦੇ ਵਿੱਚ ਭਿੱਜ ਕੇ ਸੇਵਾਵਾਂ ਕਰ ਰਹੀਆਂ। ਕੱਲ੍ਹ ਨੂੰ 40 ਦਿਨ ਹੋ ਰਹੇ ਨੇ। ਬਾਕੀ ਜਿਸ ਤਰ੍ਹਾਂ ਬਾਬਾ ਜੀ ਦੇ ਹੁਕਮਾਂ ਦੇ ਅਨੁਸਾਰ ਇਹ ਸਾਰੀ ਸੰਗਤ ਸੇਵਾ ਕਰ ਰਹੀ ਆ।
ਇਹ ਇਕੱਲੀ ਜਿੱਥੇ ਜਿੱਥੇ ਜਿਵੇਂ ਜਿਵੇਂ ਵੀ ਗੁਰੂ ਸਾਹਿਬ ਸੰਗਤਾਂ ਦੇ ਮਨਾਂ ਨੂੰ ਪ੍ਰੇਰਦੇ ਆ, ਸਾਰੇ ਸੇਵਾ ਕਰ ਰਹੇ ਨੇ। ਕਿਉਂਕਿ ਗੁਰੂ ਸਾਹਿਬ ਜੀ ਦਾ ਜਿਹੜੇ ਘਰ ਦਾ ਸਿਧਾਂਤ ਇਹ ਐਸਾ ਹੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਲਾਇਆ ਹੋਇਆ 20 ਰੁਪਈਆਂ ਦਾ ਲੰਗਰ, ਉਹ ਅੱਜ ਉਹ ਜਿਹੜਾ ਵਰਲਡ ਆ, ਦੁਨੀਆ ਦੇ ਜਿਹੜੇ ਧਰਮ ਨੇ ਉਹ ਤੱਕ ਕੇ ਹੈਰਾਨ ਨੇ ਵੀ ਸੱਚੀ ਮੁੱਚੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਭਾਈ ਕਨ੍ਹਈਆ ਜੀ ਆਏ। ਮਹਾਰਾਜ ਜੀ ਦੇ ਪਾਸ ਸ਼ਿਕਾਇਤ ਕੀਤੀ ਸਿੱਖਾਂ ਨੇ, ਸੱਚੇ ਪਾਤਸ਼ਾਹ ਇਹ ਤਾਂ ਦੁਸ਼ਮਣਾਂ ਨੂੰ ਵੀ, ਤੇ ਮਹਾਰਾਜ ਜੀ ਦੇ ਪਾਸ ਜਦੋਂ, ਕਿਉਂਕਿ ਸੱਚੇ ਪਾਤਸ਼ਾਹ ਸਭ ਦੀ ਜਾਣਨ ਵਾਲੇ, ਤੇ ਭਾਈ ਕਨ੍ਹਈਆ ਜੀ ਨੂੰ ਪੁੱਛਿਆ ਗਿਆ ਵੀ ਆਹ ਤੁਹਾਡੀ ਸ਼ਿਕਾਇਤ ਆਈ ਆ, ਇਹ ਜਿੱਥੇ ਇਹਨਾਂ ਨੇ ਸਿੱਖਾਂ ਨੂੰ ਪਾਣੀ ਪਿਲਾਉਣਾ, ਉੱਥੇ ਮੱਛਕ ਲੈ ਕੇ ਇਹ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਕੇ ਸਾਡੇ ਬਰਾਬਰ ਦੁਆਰਾ ਫੇਰ ਲੜਨ ਦੇ ਖੜਾ ਕਰ ਦਿੰਦੇ ਨੇ। ਤੇ ਭਾਈ ਕਨ੍ਹਈਆ ਜੀ ਦੇ ਉਹ ਅਲਫਾਜ਼ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ, ਮੈਂ ਨਾ ਕਿਸੇ ਦੁਸ਼ਮਣ ਨੂੰ, ਨਾ ਕਿਸੇ ਆਪਣੇ ਨੂੰ, ਨਾ ਪਰਾਏ ਨੂੰ ਪਿਲਾਉਂਦਾ ਹੀ ਨਹੀਂ। ਸੱਚੇ ਪਾਤਸ਼ਾਹ ਮੈਂ ਤਾਂ ਜਿਹੜੇ ਮੁੱਖ ਵਿੱਚ ਪਾਣੀ ਪਾਉਣਾ ਉਹ ਮੈਨੂੰ ਤੁਹਾਡਾ ਹੀ ਮੁੱਖ ਦਿਸਦਾ। ਤੇ ਉਹ ਜਿਹੜਾ ਇਸ ਘਰ ਦਾ ਗੁਰੂ ਨਾਨਕ ਦੇ ਦਰ ਦਾ ਅਸੂਲ ਤੇ ਸਿਧਾਂਤ ਆ, ਉਸੇ ਸਿਧਾਂਤ ਦੇ ਉੱਤੇ ਪਹਿਰਾ ਦੇ ਰਹੀਆਂ ਨੇ ਬਾਬਾ ਜੀ ਦੀਆਂ ਸੰਗਤਾਂ। ਤੇ ਬਾਬਾ ਜੀ ਵੱਲੋਂ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ, ਉਹਨਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਸੰਗਤਾਂ ਦੇ ਲਈ ਜਿਹੜਾ ਹੁਕਮ ਵੀ ਭਾਈ ਜਿੱਥੇ ਇਹ ਸੇਵਾਵਾਂ ਨਿਭਾ ਰਹੀਆਂ ਨੇ ਉੱਥੇ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਕੇ ਵੱਧ ਤੋਂ ਵੱਧ ਨਿਤਨੇਮ ਕਰਕੇ ਸਰਬੱਤ ਦੇ ਭਲੇ ਦੇ ਲਈ ਅਰਦਾਸਾਂ ਕਰਨੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਆਹ ਔਖਾ ਸਮਾਂ ਆ ਮਹਾਰਾਜ ਆਇਆ ਹੈ, ਸਾਡੇ ਇਹ ਜੇ ਕਰਮਾਂ ਦੇ ਮੁਤਲਕ ਕਿਰਪਾ ਕਰਕੇ ਸਮੇਂ ਨੂੰ ਟਾਲ ਦਿਓ। ਤੇ ਸਤਿਗੁਰੂ ਜੀ ਬੜੇ ਬਖਸ਼ੰਦ ਨੇ, ਮਹਾਰਾਜ ਜੀ ਕਿਰਪਾ ਕਰਨ। ਤੇ ਆ ਜਿਹੜੀ ਸੇਵਾ ਐਵੇਂ ਅਰਦਾਸ ਕਰਦੇ ਆ, ਸਾਰਿਆਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ, ਸਾਰਾ ਹੀ ਸੰਸਾਰ ਸੁੱਖ ਸ਼ਾਂਤੀ ਦੇ ਨਾਲ ਜਿਹੜਾ ਉਹ ਜਿੱਥੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੀ ਜ਼ਿੰਦਗੀ ਬਸਰ ਕਰੇ, ਉੱਥੇ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜੇ। ਇਹ ਗੁਰੂ ਨਾਨਕ ਦੇ ਘਰ ਦਾ ਸੁਨਹਿਰੀ ਅਸੂਲ, ਸਾਰੀ ਇਸੇ ਤਰ੍ਹਾਂ ਆਪਾਂ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀ ਜੀ ਸਾਡੇ ਨਾਲ ਜੁੜਨ ਵਾਸਤੇ। ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਜਿਹੜੀ ਮਹਾਮਾਰੀ ਚੱਲ ਰਹੀ ਹੈ ਕਰੋਨਾ ਦੀ, ਅੱਜ ਲੋੜ ਹੈ ਸੇਵਾ ਵਾਸਤੇ, ਅੱਜ ਲੋੜ ਹੈ ਇਨਸਾਨੀਅਤ ਦੀ, ਕਿਉਂਕਿ ਇਨਸਾਨੀਅਤ ਵੀ ਘਟ ਗਈ ਹੈ। ਇੰਨੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਡਬਲ ਟ੍ਰਿਪਲ ਚੌਗੁਣੇ ਰੇਟਸ ਦੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ, ਆਕਸੀਜਨ ਸਿਲੰਡਰਸ ਦਿੱਤੇ ਜਾ ਰਹੇ ਨੇ। ਤੇ ਉੱਥੇ ਦੂਜੇ ਪਾਸੇ ਅਜਿਹੇ ਲੋਕ ਵੀ ਨੇ, ਅਜਿਹੇ ਗੁਰੂ ਦੇ ਸਿੱਖ ਵੀ ਨੇ ਜੇ ਨਿਰੰਤਰ ਸੇਵਾ ਚਲਾ ਰਹੇ ਨੇ। ਅੱਜ ਅਸੀਂ ਪਹੁੰਚੇ ਇੱਥੇ ਨਾਨਕਸਰ ਠਾਠ ਵਜ਼ੀਰਾਬਾਦ ਆਸ਼ਰਮ, ਜਿੱਥੇ ਆਪ ਜੀ ਨੂੰ ਮੌਜੂਦਾ ਹਾਲਾਤ ਅਸੀਂ ਦਿਖਾਏ, ਕਿਸ ਪ੍ਰਕਾਰ ਇੱਥੇ ਅਣਥੱਕ ਪ੍ਰਯਾਸਾਂ ਨਾਲ ਸੰਗਤ ਜੁੜੀ ਹੈ, ਸਤਿਗੁਰ ਦੇ ਪ੍ਰੇਮ ਨਾਲ ਸੰਗਤ ਜੁੜੀ ਹੈ। ਲੋੜਵੰਦਾਂ ਨੂੰ ਰਾਸ਼ਨ, ਸੁੱਕਾ ਰਾਸ਼ਨ ਹੋਵੇ, ਭਾਵੇਂ ਬਣਿਆ ਹੋਇਆ ਖਾਣਾ ਹੋਵੇ, ਉਹ ਸਭ ਕੁਝ ਪਹੁੰਚਾਉਣ ਲਈ ਜੁੜੇ ਨੇ। ਜੇ ਆਪ ਜੀ ਵੀ ਆਪਣੀ ਕੋਈ ਸੇਵਾ ਭੇਜਣਾ ਚਾਹੁੰਦੇ ਹੋ ਤੇ ਦਿੱਤੇ ਗਏ ਨੰਬਰਸ ਤੇ ਆਪ ਜੀ ਕਾਲ ਕਰ ਸਕਦੇ ਹੋ। ਮਿਲਾਂਗੇ ਨੈਕਸਟ ਟਾਈਮ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।